ਦਿੱਲੀ ਦੇ ਕਿਸਾਨ ਧਰਨੇ ਦੀ ਖੂਬਸੂਰਤੀ ਇਹ ਆ ਕਿ ਇਹ ਆਪਣੇ ਨਾਲ ਤਿੰਨ ਪੀੜ੍ਹੀਆਂ ਨੂੰ ਜੋੜਦਾ। ਇੱਕ ਪੀੜ੍ਹੀ ਜਿਹੜੀ ਪਿੱਛੇ ਰਹੀ ਜਿਸ ਨੇ ਅੰਦੋਲਨ ਕਰਨਾ ਸਿਖਾਇਆ, ਇੱਕ ਉਹ ਪੀੜ੍ਹੀ ਅਗਲੀ ਜਿਹਨੂੰ ਸਿਖਾਇਆ ਜਾ ਰਿਹਾ। ਤੁਹਾਡੇ ਪਿਤਾ ਜੀ ਵੀ ਕਿਸਾਨਾਂ ਦੀ ਸੇਵਾ ਕਰਦੇ ਰਹੇ, ਤੁਸੀਂ ਵੀ ਕਰ ਰਹੇ ਹੋ, ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦੇਖ ਰਿਹਾ ਸਿੱਖਿਅਤ ਕਰ ਰਹੇ ਹੋਗੇ। ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? मेरे फादर साहब का नाम सरदार बाज सिंह बहराम के, जिन्होंने बलवीर सिंह जी राजेवाल साहब, अजमेर सिंह जी लखोवाल साहब और भुपिंदर सिंह जी मान इन्हों के नाल अपना बहुत लंबा जीवन हंडाया। 17 वार मेरे फादर साहब सरदार बाज सिंह बहराम के ने जेल भी कट्टी हैगी है किसानी लहर वास्ते। जो तुहाडे दरसे उत्थों ही सिੱਖਿਆਵਾਂ ਕਿਵੇਂ ਮਿਲਦੇ ਰਹੇ, ਕੀ ਦੇਖਦੇ ਰਹੇ ਤੁਸੀਂ? ਅੱਜ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਇਸ ਸੰਘਰਸ਼ ਵਿੱਚ ਬੈਠ ਕੇ ਉਸੇ ਤਰ੍ਹਾਂ ਲੜ ਰਹੇ ਹਾਂ। 10 ਮਹੀਨਿਆਂ ਦੇ ਵਿੱਚੋਂ ਮੇਰੀ ਸਿਰਫ 22 ਦਿਨ ਦੀ ਗੈਰ ਹਾਜ਼ਰੀ ਇੱਥੋਂ, ਸਿਰਫ 22 ਦਿਨ ਦੀ, ਕਿਉਂਕਿ ਮੈਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇੱਕ ਸੇਵਾ ਬਖਸ਼ੀ ਹੋਈ ਆ। ਅਸੀਂ 61 ਮੈਂਬਰ ਹਾਂ ਔਰ 61 ਦੇ ਵਨ ਜਿਹੜੇ ਅਸੀਂ ਅੰਮ੍ਰਿਤਧਾਰੀ ਗੁਰਸਿੱਖ ਹਾਂ। ਸਾਡੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਗੁਰਬਾਣੀ ਦਾ ਜਿਹੜਾ ਪ੍ਰਵਾਹ ਚੱਲਦਾ ਹੈਗਾ। ਬੱਚੇ ਵੀ ਸਾਡੇ ਜਿਹੜੇ ਨੇ ਉਹਨਾਂ ਵੀ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਕੇਸ ਕਤਲ ਨਹੀਂ ਕਰਵਾਏ ਹੋਏ, ਅੰਮ੍ਰਿਤਧਾਰੀ ਪੂਰੇ ਨੇ। ਮੇਰੇ ਫਾਦਰ ਸਾਹਿਬ ਨੂੰ 18 ਸਾਲ ਹੋ ਗਏ ਨੇ ਅੱਜ ਦੁਨੀਆ ਤੋਂ ਛੱਡ ਕੇ ਗਏ ਸਰਦਾਰ ਬਾਜ ਸਿੰਘ ਬ੍ਰਹਮ ਕੇ ਨੂੰ। ਅੱਜ ਵੀ ਸਾਡਾ ਚੁੱਲ੍ਹਾ ਹੈ। ਪੜਦਾਦਾ ਜੀ ਨੇ 3 ਸਾਲ 3 ਮਹੀਨੇ 3.5 ਦਿਨ ਅਕਾਲੀ ਸੁਧਾਰ ਲਹਿਰ ਦੇ ਵਿੱਚ ਮੁਲਤਾਨ ਜੇਲ੍ਹ 'ਚ ਜੇਲ੍ਹ ਕੱਟੀ ਹੈਗੀ। ਉਦੋਂ ਤੋਂ ਲੈ ਕੇ ਸਾਨੂੰ ਅਕਾਲੀ ਕਿਹਾ ਜਾਂਦਾ। ਇਹ ਦੂਸਰੇ ਅਕਾਲੀ ਨਹੀਂ, ਜਿਹੜੇ ਪਿਓਰ ਅਕਾਲੀ। ਕਿਉਂਕਿ ਸਾਡੇ ਬਜ਼ੁਰਗਾਂ ਨੂੰ ਜਦੋਂ ਵੀ ਘਰੋਂ ਆਣ ਕੇ ਪੁਲਿਸ ਨੇ ਗ੍ਰਿਫਤਾਰ ਕਰਨਾ ਵੀ ਅੱਜ ਮੋਰਚਾ ਲੱਗਣਾ, ਉਹ ਵੀ ਦਿਨ ਅਸੀਂ ਆਪ ਸਾਹਮਣੇ ਦੇਖੇ ਹੋਏ ਨੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਦਿੱਲੀ ਦੇ ਕਿਸਾਨ ਧਰਨੇ ਦੀ ਖੂਬਸੂਰਤੀ ਇਹ ਆ ਕਿ ਇਹ ਆਪਣੇ ਨਾਲ ਤਿੰਨ ਪੀੜ੍ਹੀਆਂ ਨੂੰ ਜੋੜਦਾ। ਇੱਕ ਪੀੜ੍ਹੀ ਜਿਹੜੀ ਪਿੱਛੇ ਰਹੀ ਜਿਸ ਨੇ ਅੰਦੋਲਨ ਕਰਨਾ ਸਿਖਾਇਆ, ਇੱਕ ਉਹ ਪੀੜ੍ਹੀ ਅਗਲੀ ਜਿਹਨੂੰ ਸਿਖਾਇਆ ਜਾ ਰਿਹਾ। ਅਜਿਹੀ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਡੇ ਨਾਲ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਕਿਸਾਨ ਲੀਡਰ ਸੀ, ਉਹ ਵੀ ਨੇ, ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੀ ਸਿੱਖਿਆ ਦੇ ਰਹੇ ਨੇ ਕਿ ਪੰਜਾਬ ਨਾਲ ਅੰਦੋਲਨਾਂ ਨਾਲ ਕਿਵੇਂ ਜੁੜਨਾ। ਉਹਨਾਂ ਦੀ ਖਾਸੀਅਤ ਇਹ ਵੀ ਹੈ ਕਿ ਸਾਰਾ ਸਿੱਖ ਧਰਮ ਨਾਲ ਜੁੜਿਆ ਕੰਮ ਆ ਜਿੰਨਾ ਇੱਥੇ, ਚਾਹੇ ਇੱਥੇ ਨਗਰ ਕੀਰਤਨ ਹੋਵੇ ਜਾਂ ਕੋਈ ਗੁਰੂ ਸਾਹਿਬ ਦਾ ਵੱਡਾ ਦਿਨ ਹੋਵੇ, ਉਹ ਦਿਨ ਸਾਰੇ ਇੱਥੇ ਇਹਨਾਂ ਵੱਲੋਂ ਮਨਾਏ ਜਾਂਦੇ ਨੇ ਜਾਂ ਮੁੱਖ ਸੇਵਾਦਾਰ ਇਹ ਹੁੰਦੇ ਨੇ। ਬਲਵੰਤ ਸਿੰਘ ਬ੍ਰਹਮਕੇ ਦੀ ਗੱਲ ਕਰ ਰਹੇ ਹਾਂ ਅਸੀਂ, ਜਿਹੜੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਨੇ। ਇਹਨਾਂ ਦੇ ਪਿਤਾ ਜੀ ਵੀ ਸਰਗਰਮ ਰਹੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ ਉਹਨਾਂ ਦਾ। ਸਵਾਗਤ ਹੈ ਬ੍ਰਹਮਕੇ ਸਾਹਿਬ ਤੁਹਾਡਾ। ਰਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ। ਮੈਂ ਆਪ ਜੀ ਦਾ ਔਰ ਆਪ ਜੀ ਦੇ ਚੈਨਲ ਪ੍ਰੋ ਪੰਜਾਬ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਾਰੇ ਮੋਰਚੇ ਦੀਆਂ ਔਰ ਸਾਰੇ ਬਾਰਡਰਾਂ ਤੋਂ ਅੰਦੋਲਨ ਦੀਆਂ ਜਿਹੜੀਆਂ ਖਬਰਾਂ ਅਪਡੇਟ ਕਰਕੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਭੇਜ ਦਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬ੍ਰਹਮਕੇ ਸਾਹਿਬ, ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ, ਤੁਹਾਡੇ ਪਿਤਾ ਜੀ ਵੀ ਕਿਸਾਨਾਂ ਦੀ ਸੇਵਾ ਕਰਦੇ ਰਹੇ, ਤੁਸੀਂ ਵੀ ਕਰ ਰਹੇ ਹੋ, ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦੇਖ ਰਿਹਾ ਸਿੱਖਿਅਤ ਕਰ ਰਹੇ ਹੋਗੇ। ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ, ਉਹ ਗੱਲ ਸੁਣਾਓ। ਤੁਹਾਡੇ ਪਿਤਾ ਜੀ ਕਦੋਂ ਸਰਗਰਮ ਹੋਏ ਸੀ? ਮੇਰੇ ਫਾਦਰ ਸਾਹਿਬ ਤਕਰੀਬਨ 1975-76 ਦੇ ਵਿੱਚ ਉਹ ਜਥੇਬੰਦੀ ਵਿੱਚ ਆਏ। ਜਦੋਂ ਜਥੇਬੰਦੀ ਦਾ ਨਾਮ ਸੀ ਜ਼ਿਮੀਂਦਾਰਾ ਯੂਨੀਅਨ, ਉਸ ਵਕਤ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਜਿਵੇਂ ਉਹਨਾਂ ਦੇ ਨਾਲ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ, ਅਜਮੇਰ ਸਿੰਘ ਜੀ ਲਖੋਵਾਲ ਜੀ, ਭੁਪਿੰਦਰ ਸਿੰਘ ਮਾਨ ਜੀ, ਔਰ ਜਿਹੜੀਆਂ ਹੁਣ ਮਹਾਨ ਹਸਤੀਆਂ ਨੇ, ਇਹ ਸਾਰੀਆਂ ਮੇਰੇ ਫਾਦਰ ਸਾਹਿਬ ਇਹਨਾਂ ਦੇ ਨਾਲ ਸਾਰੇ ਕੰਮ ਕਰਦੇ ਰਹੇ। ਮੇਰੇ ਫਾਦਰ ਸਾਹਿਬ 15 ਸਾਲ ਲਗਾਤਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਰਹੇ। ਉਹਨਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ, ਕਿਉਂਕਿ ਮੇਰੇ ਫਾਦਰ ਸਾਹਿਬ ਨੇ, ਚਲੋ ਮੈਂ ਆਪਣੇ ਮੂੰਹੋਂ ਜੀ ਗੱਲ ਨਾ ਕਹਾਂ, ਫਿਰ ਵੀ ਜੋ ਮੈਂ ਆਪਣੇ ਅੱਖੀਂ ਦੇਖਿਆ ਉਹ ਮੈਂ ਯਾਦਵਿੰਦਰ ਜੀ ਜ਼ਰੂਰ ਕਰਨੀ ਚਾਹਾਂਗਾ। ਸਾਫ਼ ਸੁਥਰਾ ਕੰਮ ਕੀਤਾ। ਨਾਮ ਵੀ ਜ਼ਿਕਰ ਕਰੋ। ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਬਾਜ ਸਿੰਘ ਬਹਿਰਾਮ ਕੇ, ਜਿਨ੍ਹਾਂ ਨੇ ਬਲਵੀਰ ਸਿੰਘ ਜੀ ਰਾਜੇਵਾਲ ਸਾਹਿਬ, ਅਜਮੇਰ ਸਿੰਘ ਜੀ ਲਖੋਵਾਲ ਸਾਹਿਬ ਔਰ ਭੁਪਿੰਦਰ ਸਿੰਘ ਜੀ ਮਾਨ ਇਹਨਾਂ ਦੇ ਨਾਲ ਆਪਣਾ ਬਹੁਤ ਲੰਮਾ ਜੀਵਨ ਹੰਡਾਇਆ। ਔਰ ਜਥੇਬੰਦੀ ਟਕੈਤ ਹੋਰਾਂ ਨਾਲ ਵੀ ਉਧਰ ਜਦੋਂ ਵੱਡੇ ਟਕੈਤ ਸਾਹਿਬ ਜਾਂਦੇ, ਭੁਪਿੰਦਰ ਸਿੰਘ ਟਕੈਤ ਨਾਲ ਵੀ, ਔਰ ਆਪਣੀ ਜ਼ਿੰਦਗੀ ਦੇ ਵਿੱਚ ਕਿਸਾਨੀ ਦੀ ਬਦੌਲਤ 17 ਵਾਰ ਮੇਰੇ ਫਾਦਰ ਸਾਹਿਬ ਸਰਦਾਰ ਬਾਜ ਸਿੰਘ ਬ੍ਰਹਮ ਕੇ ਨੇ ਜੇਲ੍ਹ ਵੀ ਕੱਟੀ ਹੈਗੀ ਆ ਕਿਸਾਨੀ ਲਹਿਰ ਵਾਸਤੇ। ਕਿਉਂਕਿ ਕਿਸਾਨੀ ਵਾਸਤੇ ਕਈ ਮੁਸ਼ਕਲਾਂ ਉਦੋਂ ਵੀ ਆਉਂਦੀਆਂ ਰਹੀਆਂ ਜਿਹੜੀਆਂ ਅੱਜ ਵੀ ਮੁਸ਼ਕਲਾਂ ਦੇ ਵਿੱਚ ਸਾਨੂੰ ਇੱਥੇ ਆਣ ਕੇ ਬੈਠਣਾ ਪਿਆ। ਔਰ ਸ਼ੁਰੂ ਤੋਂ ਲੈ ਕੇ ਸਾਡਾ ਪਰਿਵਾਰ ਜਿਹੜਾ ਹੈ ਉਹ ਕਿਸਾਨੀ ਹਿੱਤਾਂ ਖਾਤਰ ਔਰ ਕਿਸਾਨੀ ਮਸਲਿਆਂ ਦੀ ਖਾਤਰ ਸ਼ੁਰੂ ਤੋਂ ਲੈ ਕੇ ਜੁੜਿਆ ਹੋਇਆ। ਬਹੁਤ ਸਾਰੇ ਅੰਦੋਲਨ, ਬਹੁਤ ਸਾਰੇ ਜਲਸੇ, ਧਰਨੇ, ਮੁਜ਼ਾਹਰੇ ਮੇਰੇ ਫਾਦਰ ਸਾਹਿਬ ਨੇ ਮੇਰੀ ਜ਼ਿੰਦਗੀ ਦੇ ਵਿੱਚ ਵੇਖਣ ਨੂੰ ਬਹੁਤ ਵਾਰ ਮਿਲਿਆ। ਹੁੰਦਾ ਹੈਗਾ ਕਿ ਬਚਪਨ 'ਚ ਜਦੋਂ ਕੋਈ ਦੇਖ ਰਿਹਾ ਹੁੰਦਾ, ਕਿਉਂਕਿ ਕਹਿੰਦੇ ਆ ਸਭ ਤੋਂ ਵੱਡਾ ਆਦਰਸ਼ ਹੁੰਦਾ ਜਿਹੜਾ ਤੁਹਾਡੇ ਪਿਤਾ ਹੁੰਦੇ ਨੇ। ਉਹ ਜਿਵੇਂ ਕਹਿੰਦੇ ਨਾ, ਸਿੱਖ ਧਰਮ ਸਾਡਾ ਆਦਰਸ਼ ਗੁਰੂ ਗ੍ਰੰਥ ਸਾਹਿਬ ਜੀ ਨੇ, ਅਸੀਂ ਉਹਨਾਂ ਤੋਂ ਸੇਧ ਲੈਂਦੇ ਹਾਂ।
ਐਵੇਂ ਹੀ ਸਾਡੇ ਪਰਿਵਾਰ ਦੇ ਅੰਦਰ ਸਾਡੇ ਪਿਤਾ ਜੀ ਹੁੰਦੇ ਆ ਜਿਹੜੇ, ਉਹਨਾਂ ਤੋਂ ਅਸੀਂ ਅਕਸਰ ਦੇਖਦੇ ਆ ਕਿ ਸਾਡੇ ਪਿਤਾ ਜੀ ਕੀ ਕਰਦੇ ਆ, ਅੱਗੇ ਬੱਚੇ ਵੀ ਉਵੇਂ ਕਰਦੇ ਆ, ਕਿ ਉਹ ਤੁਹਾਡੇ ਦਰਸੇ ਉੱਥੋਂ ਹੀ ਸਿੱਖਿਆਵਾਂ ਕਿਵੇਂ ਮਿਲਦੇ ਰਹੇ, ਕੀ ਦੇਖਦੇ ਰਹੇ ਤੁਸੀਂ? ਦੇਖੋ, ਮੇਰੇ ਫਾਦਰ ਸਾਹਿਬ ਮੇਰੇ ਇੱਕ ਬੜੇ ਵੱਡੇ ਗੁਰੂ ਹੋਏ ਨੇ। ਉਹ ਇਸ ਤਰ੍ਹਾਂ ਕਿ ਮੇਰੇ ਫਾਦਰ ਸਾਹਿਬ ਇੱਕ ਦਿਨ ਵੀ ਸਕੂਲ ਨਹੀਂ ਸੀ ਗਏ, ਪਰ ਮੇਰੇ ਫਾਦਰ ਸਾਹਿਬ ਨੇ ਮੇਰੇ ਤੋਂ ਖਬਰਾਂ ਅਖਬਾਰ ਤੇ ਪੜ੍ਹਾਉਣੀਆਂ ਔਰ ਨਾਲ ਦੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਔਰ ਮੇਰੇ ਫਾਦਰ ਸਾਹਿਬ ਨੇ ਜਿਵੇਂ ਜਿਵੇਂ ਖਬਰਾਂ ਲਿਖਦੇ ਰਹੇ, ਮੇਰੇ ਤੋਂ ਲਿਖਾਉਂਦੇ ਰਹੇ, ਪਰ ਉਸ ਦੇ ਵਿੱਚ ਮੈਨੂੰ ਨਵਾਂ ਜੀਵਨ ਮਿਲਿਆ। ਔਰ ਅੱਗੇ ਆਉਣ ਵਾਸਤੇ ਮੈਨੂੰ ਇਹ ਦੱਸਿਆ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੈਂ ਇਸ ਦੁਨੀਆ ਨੂੰ ਛੱਡ ਕੇ ਜਾਣਾ ਤੇ ਆਉਣ ਵਾਲਾ ਸੰਘਰਸ਼ ਕਿਸਾਨੀ ਹਿੱਤਾਂ ਦੀ ਖਾਤਰ, ਕਿਸਾਨੀ ਦੇ ਮਸਲਿਆਂ ਦੀ ਖਾਤਰ ਤੁਸੀਂ ਇਸ ਤਰੀਕੇ ਨਾਲ ਲੜਨਾ ਹੈ। ਅੱਜ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਇਸ ਸੰਘਰਸ਼ ਵਿੱਚ ਬੈਠ ਕੇ ਉਸੇ ਤਰ੍ਹਾਂ ਲੜ ਰਹੇ ਹਾਂ। ਬ੍ਰਹਮਕੇ ਸਾਹਿਬ, ਕੀ ਹਾਲ ਆ ਵਿੱਚ ਜਿਹੜੇ ਤੁਹਾਨੂੰ ਪਤਾ ਅੰਦੋਲਨ ਦੇ ਵਿਰੋਧੀ ਉਹ ਕਹਿੰਦੇ ਅੰਦੋਲਨ ਤਾਂ ਗਿਆ ਜੀ, ਇਹ ਤਾਂ ਜੀ ਹੁਣ ਫਿਜ਼ਲ ਆਊਟ ਹੋ ਜੂ, ਇੱਥੇ ਤਾਂ ਬਹੁਤ ਬੰਦੇ ਘਟ ਗਏ, ਨਵੰਬਰ ਨੇੜੇ ਆ ਰਿਹਾ ਹੈਗਾ, ਯਾਦ ਕਰਾਓ ਨਵੰਬਰ ਪੰਜਾਬੀਆਂ ਨੂੰ। ਦੇਖੋ ਯਾਦਵਿੰਦਰ ਭਾਜੀ, ਕਿਤੇ ਅੰਦੋਲਨ ਨਹੀਂ ਗਿਆ ਹੈਗਾ। ਅੰਦੋਲਨ ਪਹਿਲਾਂ ਵੀ ਇੱਥੇ ਸੀ, ਅੰਦੋਲਨ ਅੱਜ ਵੀ ਇੱਥੇ ਆ, ਅੰਦੋਲਨ ਜਿੱਤਣ ਤੱਕ ਇੱਥੇ ਰਹੇਗਾ। ਮੁਜ਼ੱਫਰਨਗਰ ਦੀ ਮਹਾਪੰਚਾਇਤ ਦੇਖ ਲਓ, ਕਿੱਡਾ ਵੱਡਾ ਅਸਰ ਪੂਰੇ ਦੇਸ਼ 'ਚ ਗਿਆ, ਪੂਰੀ ਦੁਨੀਆ 'ਚ ਗਿਆ। ਉਸ ਤੋਂ ਬਾਅਦ ਮਹਾਪੰਚਾਇਤ ਕਰਨਾਲ ਦੀ ਦੇਖ ਲਓ, ਉੱਥੇ ਵੀ ਸਾਡੀ ਜਿੱਤ ਹੋਈ ਆ। ਜੇ ਅਸੀਂ ਪਰਸੋਂ ਚੰਡੀਗੜ੍ਹ ਦੇ ਵਿੱਚ ਉੱਥੇ 32 ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੂੰ ਇਹ ਗੱਲ ਆਗਾਹ ਕੀਤੀ ਹੈਗੀ ਏ ਵੀ ਜਿੰਨਾ ਚਿਰ ਇਲੈਕਸ਼ਨ ਕਮਿਸ਼ਨ ਚੋਣ ਡਿਕਲੇਅਰ ਨਹੀਂ ਕਰਦਾ ਉਹਨਾਂ ਚਿਰ ਕੋਈ ਵੀ ਰੈਲੀ ਕਿਸੇ ਪੰਜਾਬ ਦੇ ਵਿੱਚ ਨਾ ਕੀਤੀ ਜਾਵੇ, ਭਰਾ ਮਾਰੂ ਜੰਗ ਤੋਂ ਸਾਨੂੰ ਬਚਾਇਆ ਜਾਵੇ। ਇਹ ਅੰਦੋਲਨ ਪਹਿਲਾਂ ਵੀ ਸਿਖਰਾਂ ਤੇ ਸੀ ਯਾਦਵਿੰਦਰ ਭਾਜੀ, ਅੱਜ ਵੀ ਸਿਖਰਾਂ ਤੇ ਹੈਗਾ। ਇਸ ਅੰਦੋਲਨ ਦੇ ਵਿੱਚ ਇਹੋ ਜਿਹੀਆਂ ਪੀੜਾਂ ਪਈਆਂ ਨੇ ਵੀ ਜਿਹੜੀਆਂ ਹਾਰੇ ਤੋਂ ਜਿੱਤੇ ਤੋਂ ਬਿਨਾ ਇਹ ਅਸੀਂ ਵਾਪਸ ਜਾ ਨਹੀਂ ਸਕਦੇ, ਭਾਵੇਂ ਕੁਝ ਵੀ ਹੋ ਜਾਵੇ। ਕਿਉਂਕਿ ਇਸ ਅੰਦੋਲਨ ਵਿੱਚ ਸਾਡੇ 80 90 ਸਾਲ ਦੇ ਬਜ਼ੁਰਗ ਬੈਠੇ ਨੇ, ਸਾਡੀਆਂ ਮਾਤਾਵਾਂ ਬੈਠੀਆਂ ਹੋਈਆਂ ਨੇ, ਸਾਡੇ ਨੌਜਵਾਨ ਵੀਰ ਬੈਠੇ ਨੇ, ਬੱਚੇ ਬੈਠੇ ਹੋਏ ਨੇ, ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਇਸ ਅੰਦੋਲਨ ਨੂੰ ਆਪਣੇ ਸੰਤਾਪ ਤੇ ਹੰਡਾਇਆ। ਪਰ ਅਸੀਂ ਕਿਸੇ ਵੀ ਕਿਸਮ ਦੇ ਉੱਪਰ, ਕਿਉਂਕਿ 10 ਮਹੀਨਿਆਂ ਦੇ ਵਿੱਚੋਂ ਮੇਰੀ ਸਿਰਫ 22 ਦਿਨ ਦੀ ਗੈਰ ਹਾਜ਼ਰੀ ਇੱਥੋਂ, ਸਿਰਫ 22 ਦਿਨ ਦੀ, ਕਿਉਂਕਿ ਮੈਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇੱਕ ਸੇਵਾ ਬਖਸ਼ੀ ਹੋਈ ਆ। ਮੈਂ ਉਹਦੇ ਘਰ ਦਾ ਕੁੱਕਰ ਹਾਂ, ਸੰਗਤ ਦੇ ਦਰਬਾਰ ਦਾ ਕੁੱਕਰ ਹਾਂ। ਮੈਨੂੰ ਉੱਥੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਜਿਹੜੀ ਗੁਰਬਾਣੀ ਬਖਸ਼ੀ ਹੋਈ ਆ, ਮੈਂ ਕਹਿੰਦਾ ਵੀ ਮੋਰਚੇ ਵਿੱਚ ਸਭ ਤੋਂ ਵੱਡੀ ਮੇਰੀ ਇਹ ਗੱਲ ਹੈਗੀ ਆ। ਮੈਂ ਇਸੇ ਗੱਲ ਦੇ ਉੱਤੇ ਆ ਰਿਹਾ, ਹੁਣ ਤੱਕ ਕਿੰਨੇ, ਜਿਵੇਂ ਕੋਈ ਚਾਹੇ ਵੱਡੇ ਪ੍ਰੋਗਰਾਮ ਆਏ, ਚਾਹੇ ਨਗਰ ਕੀਰਤਨ ਸਾਹਿਬ, ਕੀ ਹੁਣ ਤੱਕ ਤੁਹਾਡੇ ਹੱਥੋਂ ਇੱਕ ਸੇਵਾ ਲਈ ਗੁਰੂ ਨੇ ਕੀ ਹੁਣ ਤੱਕ ਤੁਸੀਂ ਕੀਤਾਗਾ, ਔਰ ਕੀ ਅੱਗੇ ਪਲਾਨ ਕੀ ਨੇਗੇ? ਸਭ ਤੋਂ ਪਹਿਲਾਂ ਅਸੀਂ ਜਨਵਰੀ ਦੇ ਵਿੱਚ ਸਾਹਿਬ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ। ਉਸ ਤੋਂ ਬਾਅਦ 552 ਸਾਲ ਮਨਾਇਆ। ਗੁਰੂ ਗ੍ਰੰਥ ਸਾਹਿਬ ਦਾ, ਬਾਬੇ ਨਾਨਕ ਦਾ ਮਨਾਇਆ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ। ਇੱਥੋਂ ਤੱਕ ਜਿੰਨੇ ਵੀ ਪ੍ਰੋਗਰਾਮ, ਭਾਵੇਂ ਉਹ ਹਿੰਦੂ ਧਰਮ ਨਾਲ ਕਿਉਂ ਨਹੀਂ ਬਿਲੋਂਗ ਕਰਦੇ, ਉਹ ਵੀ ਇੱਥੇ ਮਨਾਏ ਗਏ। ਇੱਥੋਂ ਤੱਕ ਕਿ ਜਿਵੇਂ ਮੁਸਲਮਾਨ ਭਾਈਚਾਰੇ ਦਾ ਸੀਗਾ ਪ੍ਰੋਗਰਾਮ, ਉਹ ਵੀ ਇੱਥੇ ਮਨਾਇਆ ਗਿਆ। ਸਾਰੇ ਪ੍ਰੋਗਰਾਮਾਂ ਨੂੰ ਪਹਿਲ ਦਿੱਤੀ ਗਈ। ਆ ਪਿੱਛੇ ਜਿਹਾ ਭਗਤ ਰਵਿਦਾਸ ਦਾ ਪ੍ਰੋਗਰਾਮ ਆਇਆ ਸੀ, ਉਹ ਵੀ ਇੱਥੇ ਮਨਾਇਆ। ਆ ਸਾਰਾਗੜ੍ਹੀ ਦਾ ਅੱਜ ਪ੍ਰੋਗਰਾਮ ਸੀਗਾ, ਉਹ ਵੀ ਇੱਥੇ ਮਨਾਇਆ। ਮੋਰਚੇ ਵੱਲੋਂ ਵਿਸ਼ੇਸ਼ ਤੌਰ ਤੇ ਸਾਰੇ 32 ਜਥੇਬੰਦੀਆਂ ਵੱਲੋਂ ਬੜੇ ਸਤਿਕਾਰ ਸਹਿਤ ਆਪਣੀ ਜਿਵੇਂ ਡਿਊਟੀ ਲੱਗਦੀ ਹੈਗੀ ਆ, ਉਹਨੂੰ ਤਨਦੇਹੀ ਨਾਲ ਨਿਭਾਉਣੇ ਆ। ਕੋਈ ਪ੍ਰੋਗਰਾਮ ਜਿਹਾ ਨਹੀਂ ਹੈਗਾ ਜਿਹੜੀਆਂ ਹਰ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਉਹ ਇੱਥੇ ਮਨਾਇਆ ਜਾਂਦਾ, ਭਾਵੇਂ ਹਿੰਦੂ ਧਰਮ ਦਾ ਹੋਵੇ, ਭਾਵੇਂ ਸਿੱਖ ਧਰਮ ਦਾ ਹੋਵੇ, ਜੈਨੀ, ਬੋਧੀ, ਕਿਸੇ ਵੀ ਇਸਲਾਮ ਧਰਮ ਦਾ ਹੋਵੇ, ਉਹ ਇੱਥੇ ਬੜੇ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾਂਦਾ। ਇਹ ਕਿਉਂਕਿ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਇੱਕ ਮੰਡੀ, ਇੱਕ ਦੇਸ਼, ਇੱਕ ਬੋਲੀ ਹੋਣੀ ਚਾਹੀਦੀ ਹੈ, ਇੱਕ ਜਾਣੀ ਕਿ ਧਰਮ ਹੋਣਾ ਚਾਹੀਦਾ। ਪਰ ਉੱਥੋਂ ਵੀ ਜਿਹੜੀ ਪੰਚਾਇਤ ਬਣੀ ਸੀ ਮੁਜ਼ੱਫਰਨਗਰ 'ਚ, ਉੱਥੇ ਵੀ ਤੁਹਾਡੇ ਸਾਹਮਣੇ ਯਾਦਵਿੰਦਰ ਭਾਜੀ ਹਰ ਹਰ ਮਹਾਦੇਵ ਦੇ ਨਾਅਰੇ ਲੱਗੇ, ਬੋਲੇ ਸੋ ਨਿਹਾਲ ਦੇ ਲੱਗੇ, ਰਾਮ ਰਾਮ ਦੇ ਲੱਗੇ, ਅੱਲਾਹੂ ਅਕਬਰ ਦੇ ਵੀ ਲੱਗੇ। ਔਰ ਇਸੇ ਤਰ੍ਹਾਂ ਇਸ ਸਟੇਜ ਦੇ ਉੱਪਰ ਵੀ ਸਵੇਰੇ ਅੰਮ੍ਰਿਤ ਵੇਲੇ ਹਨੂਮਾਨ ਚਾਲੀਸਾ ਪੜ੍ਹਿਆ ਜਾਂਦਾ। ਉਸ ਤੋਂ ਬਾਅਦ ਕੁਰਾਨ ਦੀ ਤਲਾਵਤ ਪੜ੍ਹੀ ਜਾਂਦੀ ਹੈ। ਉਸ ਤੋਂ ਬਾਅਦ ਗੁਰਬਾਣੀ ਪੜ੍ਹੀ ਜਾਂਦੀ ਹੈ। ਅਸੀਂ ਤਾਂ ਕਹਿੰਦਾ ਕੋਈ ਵੀ ਧਰਮ ਹੋਵੇ, ਅਸੀਂ ਸਾਰਿਆਂ ਧਰਮਾਂ ਨੂੰ ਸਾਂਝੇ ਲੈ ਕੇ ਚੱਲੇ ਹੋਏ ਹਾਂ। ਇਹ ਮੋਰਚਾ ਸਾਰਿਆਂ ਦਾ ਸਾਂਝਾ ਹੈ, ਕਿਸੇ ਇੱਕ ਵਿਅਕਤੀ ਦਾ ਨਹੀਂ। ਇਹ ਮੋਰਚੇ ਦੀ ਜਿੱਤ ਕਿਸਾਨ ਦੀ ਜਿੱਤ ਹੈ। ਜੇ ਕਿਸਾਨ ਜਿੱਤੇਗਾ ਤਾਂ ਪੂਰਾ ਆਵਾਮ ਜਿੱਤੇਗਾ। ਅੱਛਾ ਜੀ, ਜਿਵੇਂ ਹੁਣ ਤੁਹਾਡੇ ਕੋਲ ਇੱਥੇ ਸੇਵਾ ਗੁਰੂ ਸਾਹਿਬ ਲੈ ਰਹੇ ਨੇ, ਤੁਸੀਂ ਲਗਾਤਾਰ ਅਰਦਾਸ, ਮੈਂ ਅੱਜ ਸਵੇਰੇ ਦੇਖਿਆ ਆ ਕੇ ਤੁਸੀਂ ਉੱਥੇ ਕਰ ਰਹੇ ਸੀ। ਇਹ ਸ਼ੁਰੂ 'ਚ ਬਚਪਨ ਤੋਂ ਹੀ ਤੁਸੀਂ ਜੁੜੇ ਹੋਏ ਹੋ ਗੁਰੂ ਘਰ ਦੇ ਨਾਲ? ਮਤਲਬ ਇੱਕ ਤਰ੍ਹਾਂ ਦੀ ਹੁੰਦਾਗਾ ਕਿ ਪਹਿਲਾਂ ਸ਼ੁਰੂ 'ਚ ਹੀ ਬੰਦਾ ਜਦੋਂ ਕੋਈ ਪਾਠੀ ਸਿੰਘ ਬਣਦਾ ਜਾਂ ਕੋਈ, ਸ਼ੁਰੂ ਤੋਂ ਹੀ ਤੁਸੀਂ ਗੁਰੂ ਘਰ ਨਾਲ ਜੁੜੇ ਹੋਏ ਹੋ? ਬਿਲਕੁਲ। ਮੇਰੇ ਦਾਦਾ ਜੀ ਸਰਦਾਰ ਇੰਦਰ ਸਿੰਘ ਜੀ, ਅਸੀਂ ਉਹਨਾਂ ਦੇ 61 ਮੈਂਬਰ ਆ। ਮੇਰੇ ਫਾਦਰ ਸਾਹਿਬ ਦੇ 3 ਬ੍ਰਦਰ ਨੇ, ਉਹ ਤਿੰਨੇ ਹੀ ਦੁਨੀਆ ਤੋਂ ਪਿਆਰੇ ਹੋ ਚੁੱਕੇ ਨੇ। ਔਰ ਅਸੀਂ 61 ਮੈਂਬਰ ਆ, ਔਰ 61 ਦੇ 1 ਜਿਹੜੇ ਅਸੀਂ ਅੰਮ੍ਰਿਤਧਾਰੀ ਗੁਰਸਿੱਖ ਹਾਂ। ਸਾਡੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਗੁਰਬਾਣੀ ਦਾ ਜਿਹੜਾ ਪ੍ਰਵਾਹ ਚੱਲਦਾ ਹੈਗਾ। ਅੱਜ ਵੀ ਸਾਡੇ ਘਰ ਦੇ ਵਿੱਚ 3 ਘਰ ਨੇ ਸਾਡੇ। ਰਾਤ ਨੂੰ ਹਰ ਰੋਜ਼ 1 ਘੰਟਾ
ਸਤਨਾਮ ਵਾਹਿਗੁਰੂ ਦਾ ਜਾਪ ਚੱਲਣਾ ਹੀ ਚੱਲਣਾ ਹੈ। ਭਾਵੇਂ ਕੋਈ ਘਰ 'ਚ ਹਾਜ਼ਰ ਹੈ ਤੇ ਭਾਵੇਂ ਕੋਈ ਗੈਰ ਹਾਜ਼ਰ ਹੈ, ਭਾਵੇਂ ਮੈਂ ਇੱਥੇ ਬੈਠਾ ਹੋਇਆ। ਬਹੁਤ ਵੱਡੀ ਗੱਲ ਆ, ਤੁਹਾਡੇ ਪੂਰੇ ਘਰ ਦੇ 61 ਮੈਂਬਰ ਨੇ ਤੇ 61 ਦੇ 61 ਅੰਮ੍ਰਿਤਧਾਰੀ ਸਿੰਘ ਨੇ। ਬਿਲਕੁਲ ਅੰਮ੍ਰਿਤਧਾਰੀ ਨੇ ਜੀ। ਬੱਚੇ ਵੀ ਸਾਡੇ ਜਿਹੜੇ ਨੇ ਉਹਨਾਂ ਵੀ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਕੇਸ ਕਤਲ ਨਹੀਂ ਕਰਵਾਏ ਹੋਏ, ਅੰਮ੍ਰਿਤਧਾਰੀ ਪੂਰੇ ਨੇ। ਔਰ ਇੱਕ ਹੋਰ ਬੜੀ ਅਚੰਭੇ ਵਾਲੀ ਗੱਲ ਹੈਗੀ ਆ, ਔਰ ਸਾਡੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਮੇਰੇ ਪੜਦਾਦਾ ਜੀ ਨੇ 3 ਸਾਲ 3 ਮਹੀਨੇ 3.5 ਦਿਨ ਅਕਾਲੀ ਸੁਧਾਰ ਲਹਿਰ ਦੇ ਵਿੱਚ ਮੁਲਤਾਨ ਜੇਲ੍ਹ 'ਚ ਜੇਲ੍ਹ ਕੱਟੀ ਹੈਗੀ ਆ। ਉਦੋਂ ਤੋਂ ਲੈ ਕੇ ਸਾਨੂੰ ਅਕਾਲੀ ਕਿਹਾ ਜਾਂਦਾ ਹੈ। ਇਹ ਦੂਸਰੇ ਅਕਾਲੀ ਨਹੀਂ, ਜਿਹੜੇ ਪਿਓਰ ਅਕਾਲੀ ਨੇ ਉਹ ਸਾਨੂੰ ਅਕਾਲੀ ਕਿਹਾ ਜਾਂਦਾ, ਕਿਉਂਕਿ ਸਮੇਂ-ਸਮੇਂ ਦੇ ਦੌਰਾਨ ਬਹੁਤ ਸਾਰੀਆਂ ਭਾਵੇਂ ਪਰਿਵਾਰ ਦੇ ਉੱਪਰ ਮੁਸ਼ਕਲਾਂ ਵੀ ਆਈਆਂ, ਪਰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਸਾਡੇ ਬਜ਼ੁਰਗਾਂ ਨੇ ਬੜੇ ਤਰੀਕੇ ਦੇ ਨਾਲ ਬੜੇ ਸਮੱਸਿਆ ਦੇ ਹੱਲ ਕੀਤੇ। ਉਹ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ ਹੋਇਆ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਜਦੋਂ ਵੀ ਘਰੋਂ ਆਣ ਕੇ ਪੁਲਿਸ ਨੇ ਗ੍ਰਿਫਤਾਰ ਕਰਨਾ ਵੀ ਅੱਜ ਮੋਰਚਾ ਲੱਗਣਾ, ਉਹ ਵੀ ਦਿਨ ਅਸੀਂ ਆਪ ਸਾਹਮਣੇ ਦੇਖੇ ਹੋਏ ਨੇ। ਜਦੋਂ ਅਸੀਂ ਬਾਪ ਦੀ ਪਿੱਛੇ ਮੁਲਾਕਾਤ ਕਰਨ ਜਾਣਾ, ਜਾਂ ਫਰੀਦਕੋਟ ਜੇਲ੍ਹ 'ਚ ਹੋਣਾ, ਜਾਂ ਲੁਧਿਆਣੇ ਜੇਲ੍ਹ 'ਚ ਹੋਣਾ, ਜਾਂ ਇੱਥੇ ਕਿਸੇ ਵੀ ਹੋਰ ਜੇਲ੍ਹ 'ਚ ਹੋਣਾ, ਉੱਥੇ ਜਾਣਾ ਪਿੱਛੇ ਤੇ ਅਸੀਂ ਖੀਰ ਪ੍ਰਸ਼ਾਦ ਬਣਾ ਕੇ ਲੈ ਕੇ ਜਾਣਾ, ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਾਣਾ, ਇਹ ਸਾਡੇ ਹਿੱਸੇ ਵਿੱਚ ਆਉਂਦਾ ਰਿਹਾ। ਔਰ ਮੈਂ ਗੱਲ ਕਹਾਂਗਾ, ਉਹੀ ਗੱਲਾਂ ਤਾਕਤ ਦਿੰਦੀਆਂ ਨੇ। ਬਿਲਕੁਲ ਉਹੀ ਗੱਲਾਂ ਜਿਹੜੀਆਂ ਹੁਣ ਅੰਦੋਲਨ 'ਚ ਵੀ ਲੜਨ ਦੀ ਤਾਕਤ ਉੱਥੇ ਮਿਲਦੀ ਹੈ। ਉਹਨਾਂ ਗੱਲਾਂ ਨੇ ਹੀ ਅੱਜ ਸਾਨੂੰ ਇਹ ਤਾਕਤ ਬਖਸ਼ੀ ਹੋਈ ਆ। ਉਸੇ ਉਹਨਾਂ ਦੀ ਬਦੌਲਤ, ਬਜ਼ੁਰਗਾਂ ਦੀ, ਜਿਹੜੇ ਪੁਰਖਾਂ ਦੀ ਸਾਨੂੰ ਐਡੀ ਵੱਡੀ ਆਸ਼ੀਰਵਾਦ ਮਿਲਿਆ ਹੈ, ਉਸ ਆਸ਼ੀਰਵਾਦ ਦੀ ਸਦਕਾ ਅੱਜ ਇੱਥੇ ਬੈਠੇ ਹੋਏ ਆ। ਔਰ ਇਹਨਾਂ ਬਜ਼ੁਰਗਾਂ ਦੇ ਚਰਨਾਂ ਵਿੱਚ ਰਹਿ ਕੇ ਅਸੀਂ ਸੇਵਾ ਨਿਭਾ ਰਹੇ ਹਾਂ ਵੀ ਸੱਚੇ ਪਾਤਸ਼ਾਹ ਸਾਡੀ ਸੇਵਾ ਇਹੋ ਜਿਹੀ ਲੈ ਲਵੀਂ, ਇਹ ਮੋਰਚਾ ਫਤਿਹ ਹੋਵੇ। ਜੇ ਕੋਈ ਆਉਣ ਵਾਲੇ ਸਮੇਂ 'ਚ ਮੋਰਚਾ ਹੋਵੇਗਾ ਉਹ ਵੀ ਨਿਭਾਵਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਹਾਡੇ ਘਰੇ 24 ਘੰਟੇ ਪ੍ਰਕਾਸ਼ ਰਹਿੰਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਬੋਥੀਆਂ ਦਾ ਪ੍ਰਕਾਸ਼। ਜਿਹੜੀਆਂ ਸਾਡੀਆਂ 4 ਜਪਜੀ ਸਾਹਿਬ ਕਰਦੇ ਹੋ ਸਵੇਰੇ ਜਾਂ 4 ਬੇਟੀਆਂ ਨੇ, ਉਹਨਾਂ ਨੇ 5 ਸ੍ਰੀ ਸਹਿਜ ਪਾਠਾਂ ਦੇ ਭੋਗ 1 ਸਾਲ 'ਚ ਪਾਉਣੇ ਨੇ। ਸਾਡੀਆਂ 3 ਅਸੀਂ ਬ੍ਰਦਰ ਆ, ਸਾਡੇ ਇਸ ਤਰ੍ਹਾਂ 7 ਬੱਚੇ ਨੇ, 2 ਮੇਰੇ ਬੱਚੇ ਨੇ, 3 ਮੇਰੇ ਤੋਂ ਛੋਟੇ ਨੇ, 2 ਉਸ ਤੋਂ ਛੋਟੇ ਦੇ ਨੇ। ਔਰ ਤਿੰਨੇ ਹੀ ਮੇਰੇ ਫਾਦਰ ਸਾਹਿਬ ਨੂੰ 18 ਸਾਲ ਹੋ ਗਏ ਨੇ ਅੱਜ ਦੁਨੀਆ ਤੋਂ ਛੱਡ ਕੇ ਗਏ, ਸਰਦਾਰ ਬਾਜ ਸਿੰਘ ਬ੍ਰਹਮਕੇ ਨੂੰ। ਅੱਜ ਵੀ ਸਾਡਾ ਚੁੱਲ੍ਹਾ ਇੱਕ ਹੈ। ਸਾਡੇ ਮਾਤਾ ਜੀ ਨੇ, ਬੜੀ ਯੂਨੀਕ ਗੱਲ ਆ। ਮੈਨੂੰ ਲੱਗਦਾ ਪੰਜਾਬ 'ਚ ਕੋਈ ਥੋੜੇ ਪਰਿਵਾਰ ਹੋਣਗੇ ਜਿਨ੍ਹਾਂ ਦੇ 61 ਦੇ 61 ਮੈਂਬਰ ਅੰਮ੍ਰਿਤਧਾਰੀ ਹੋਣ ਤੇ ਜਿਨ੍ਹਾਂ ਦਾ ਚੁੱਲ੍ਹਾ ਇੱਕ ਹੋਵੇ। ਬਿਲਕੁਲ ਰਿਐਲਿਟੀ ਹੈ ਜਿਸ ਗੱਲ ਦੀ। ਅੱਜ ਵੀ ਤੁਸੀਂ ਜਾ ਕੇ ਜਦੋਂ ਮਰਜ਼ੀ ਯਾਦਵਿੰਦਰ ਸਿੰਘ ਘਰ ਵਿੱਚ ਜਾ ਕੇ ਜਦੋਂ ਮਰਜ਼ੀ ਦੇਖ ਸਕਦੇ ਹੋ, ਨਗਰ ਵਿੱਚ ਜਾ ਕੇ ਪੁੱਛ ਸਕਦੇ ਹੋ। ਉਹ ਮੇਰੇ ਫਾਦਰ ਸਾਹਿਬ ਨੇ ਆਪਣੇ ਘਰ ਦਾ ਕੰਮ ਨਹੀਂ ਕੀਤਾ ਔਰ ਇਲਾਕੇ ਦੇ ਕੰਮ ਕੀਤੇ ਨੇ। ਮੈਂ ਇੱਥੋਂ ਤੱਕ ਦੱਸ ਸਕਣਾ, ਜਿਵੇਂ ਬਿਜਲੀ ਘਰ ਨੂੰ ਲਵਾਉਣਾ, 2 ਬਿਜਲੀ ਘਰ ਲਵਾਏ ਨੇ, ਸੜਕਾਂ ਦਾ ਬਣਾਉਣਾ, ਮੇਰੇ ਬਜ਼ੁਰਗ ਬੈਠੇ ਨੇ ਮੇਰੇ ਨਾਲ ਦੇ, ਇਹ ਦੱਸ ਸਕਦੇ ਨੇ। ਇੰਨੇ ਕੰਮ ਆਪਣੀ ਜ਼ਿੰਦਗੀ 'ਚ ਕੀਤੇ ਨੇ, ਆਪਣੇ ਵਜੂਦ ਤੋਂ ਵੱਧ ਕੀਤੇ ਨੇ। ਪਰ ਅਸੀਂ ਉਸ ਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਅੱਜ ਜਿੱਥੇ ਵੀ ਹੋਣ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਸਾਨੂੰ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਹੋਇਆ, ਅਸੀਂ ਆਪਣੀ ਤਨਦੇਹੀ ਨਾਲ ਇਹ ਸੇਵਾ ਇਸੇ ਤਰ੍ਹਾਂ। 61 ਦੇ 61 ਮੈਂਬਰ ਕਦੇ ਇਕੱਠੇ ਕਰਿਓ, ਫਿਰ ਮੈਂ ਆਉਂਗਾ। ਪੂਰੇ ਹੋ ਜਾਣਗੇ ਇਕੱਠੇ, ਪੂਰੇ 61 ਦੇ 61 ਇਕੱਠੇ ਹੋਣ ਤੇ ਸਾਂਝੇ ਚੁੱਲ੍ਹੇ ਤੇ ਰੋਟੀ ਪੱਕ ਰਹੀ ਹੋਵੇ, ਉਹ ਦਿਖਾਵਾਂਗੇ ਆ ਕੇ। ਮੈਂ ਨਾ ਜੀ 61 ਦੇ 61 ਇੱਕ ਜਗ੍ਹਾ ਤੇ ਇਕੱਠੇ ਹੋਣਗੇ ਔਰ ਇੱਕੇ ਜਗ੍ਹਾ ਤੇ ਤੁਹਾਨੂੰ ਸਾਰੇ ਦਿਖਾਵਾਂਗੇ ਵੀ ਵਾਕਿਆ ਤੁਸੀਂ ਮੰਨੋਗੇ ਵੀ ਅੱਜ ਇੱਥੇ ਬੈਠ ਕੇ ਇਹ ਕੀ ਕੁਝ ਹੋ ਰਿਹਾ। ਅਸੀਂ ਕਹਿੰਦੇ ਆ, ਜਿਹਨੇ ਮਾਤਾ ਪਿਤਾ ਦੀ ਸੇਵਾ ਨਹੀਂ ਨਾ ਕੀਤੀ ਉਹ ਸੰਸਾਰ ਤੇ ਆਇਆ ਨਹੀਂ, ਔਰ ਜਿਹਨੇ ਮਾਤਾ ਪਿਤਾ ਦੀ ਸੇਵਾ ਕਰ ਲਈਏ ਉਹਨੇ ਇੱਥੇ ਸਵਰਗ ਵੇਖਣਾ ਹੈ। ਅੱਗੇ ਜਾ ਕੇ ਸਵਰਗ ਦੇਖਿਆ ਕਿ ਨਹੀਂ ਦੇਖਿਆ ਇਸ ਗੱਲ ਦਾ ਕੋਈ ਗਿਆਨ ਨਹੀਂ ਹੈਗਾ। ਸਵਰਗ ਇੱਥੇ ਆ ਯਾਰਵਿੰਦਰ ਭਾਜੀ। 61 'ਚੋਂ ਕਿੰਨੇ ਅੰਦੋਲਨ 'ਚ ਆਏ ਆ? ਸਾਰੇ ਹੀ ਆਏ ਆ ਜਾਂ ਟੋਟਲ A to Z? 61 ਦੇ 61। ਬਿਲਕੁਲ। ਮੇਰੀਆਂ ਮਾਤਾਵਾਂ, ਮਾਤਾ ਜੀ ਮੇਰੇ, ਮੇਰੀਆਂ ਭਰਜਾਈਆਂ, ਮੇਰੇ ਮਿਸਜ, ਮੇਰੇ ਬੱਚੇ ਔਰ ਤਾਏ ਚਾਚੇ ਦੀਆਂ ਨੋਹਾਂ ਸਾਰੀਆਂ ਇੱਥੇ ਮੇਰੇ ਕੋਲ ਆਣ ਕੇ ਹਾਜ਼ਰੀ ਜਿਹੜੀਆਂ ਨੇ ਉਹ ਇੱਥੇ ਅੰਦੋਲਨ ਵਿੱਚ ਭਰ ਕੇ ਗਈਆਂ ਨੇ ਔਰ 10 ਦਿਨ ਇੱਥੇ ਰਹਿ ਕੇ ਗਏ ਨੇ। ਮੇਰਾ ਜਨਮ ਦਿਨ ਵੀ ਇੱਥੇ ਮਨਾਇਆ ਗਿਆ, ਮੇਰੇ ਬੱਚਿਆਂ ਦਾ ਜਨਮ ਦਿਨ ਵੀ ਇੱਥੇ ਮਨਾਇਆ ਗਿਆ, ਮੇਰੇ ਮਿਸਿਸ ਦਾ ਵੀ ਇੱਥੇ ਸੈਲੀਬ੍ਰੇਟ ਸਾਰਾ ਕੁਝ ਕੀਤਾ ਗਿਆ। ਮੈਂ ਆਪਣੇ 10 ਮਹੀਨਿਆਂ ਵਿੱਚੋਂ ਸਿਰਫ 22 ਦਿਨ ਦੀ ਮੇਰੀ ਗੈਰ ਹਾਜ਼ਰੀ ਹੈ, ਉਹ ਵੀ ਮੋਰਚੇ, ਜਿਵੇਂ ਮੁਜ਼ੱਫਰਨਗਰ ਜਾਣਾ ਜਾਂ ਕਰਨਾਲ ਜਾਣਾ, ਚੰਡੀਗੜ੍ਹ ਜਾਣਾ, 6-7 ਦਿਨ ਦੀ ਮੇਰੀ ਘਰੇ ਹਾਜ਼ਰੀ ਹੈ। ਬਾਕੀ ਸਾਰੀ ਹਾਜ਼ਰੀ 10 ਮਹੀਨਿਆਂ ਦੀ ਅੰਦੋਲਨ ਦੇ ਵਿੱਚ ਹੈ। ਤੇ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਵੀ ਜਿੰਨਾ ਚਿਰ ਅੰਦੋਲਨ ਅਸੀਂ ਜਿੱਤਦੇ ਨਹੀਂ, ਉਹ ਇਸੇ ਤਰ੍ਹਾਂ ਸੇਵਾ ਮਿਲਦੀ ਰਹੇ, ਅੰਦੋਲਨ ਜਿੱਤ ਕੇ ਅਸੀਂ ਘਰ ਨੂੰ ਜਾਈਏ। ਧੰਨਵਾਦ ਬ੍ਰਹਮਕੇ ਸਾਹਿਬ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬਲਵੰਤ ਸਿੰਘ ਬ੍ਰਹਮਕੇ। ਸ਼ਾਇਦ ਤੁਹਾਨੂੰ ਇਹ ਗੱਲਾਂ ਉਹਨਾਂ ਬਾਰੇ ਪਹਿਲੀ ਵਾਰ ਪਤਾ ਲੱਗੀਆਂ ਹੁਣ। 61 ਮੈਂਬਰ ਪਰਿਵਾਰ ਦੇ ਤੇ 61 ਦੇ 61 ਅੰਮ੍ਰਿਤਧਾਰੀ ਨੇ ਔਰ ਸਵੇਰੇ ਸ਼ਾਮ ਗੁਰਬਾਣੀ ਦਾ ਜਾਪ ਘਰ 'ਚ ਹੁੰਦਾ ਹੈ। ਔਰ ਉਹਨਾਂ ਦਾ ਕਹਿਣਾ ਵੀ ਇਹ ਆ ਕਿ ਜਿਹੜੀ ਊਰਜਾ ਮਿਲਦੀ ਹੈ ਇਹੋ ਜਿਹੇ ਅੰਦੋਲਨਾਂ 'ਚ ਬੈਠਣ ਦੀ, ਔਰ ਇਤਿਹਾਸ ਤੋਂ ਬੰਦਾ ਹਮੇਸ਼ਾ ਊਰਜਾ ਲੈਂਦਾ। ਇਤਿਹਾਸ ਹੀ ਬੰਦੇ ਨੂੰ ਵਰਤਮਾਨ ਨਾਲ ਜੋੜਦਾ ਹੈ, ਇਤਿਹਾਸ ਹੀ ਬੰਦੇ ਨੂੰ ਭਵਿੱਖ ਨਾਲ ਜੋੜਦਾ ਹੈ ਤੇ ਉਹੀ ਇਤਿਹਾਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਿਹਾ। ਔਰ ਇਹੀ ਕਹਿਣਾ ਇਹਨਾਂ ਦਾ ਕਿ ਜਿੱਤ ਯਕੀਨੀ ਹੈ। ਕੈਮਰਾਮੈਨ ਸ਼ਮਸ਼ੀਰ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ TV, ਸਿੰਘੂ ਬਾਰਡਰ, ਦਿੱਲੀ।